ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ 3-4 ਐਪੀਸੋਡਾਂ ਦੇ ਵਿੱਚ ਭਾਈ ਰਘਵੀਰ ਸਿੰਘ ਰਾਜਾ ਸਾਂਸੀ ਵਾਲੇ ਉਹਨਾਂ ਵੱਲੋਂ ਲਿਖਿਆ ਅਤੇ ਬੋਲਿਆ ਹੋਇਆ ਜੋ ਮੈਟਰ ਹੈ ਉਹਨੂੰ ਤੁਹਾਡੇ ਸਨਮੁਖ ਮੈਂ ਰੱਖਿਆ ਅਤੇ ਉਹਨੇ ਆਪ ਉਹ ਨੌਕਰੀ ਕੀਤੀ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਵੱਡੇ ਅਹੁਦੇ 'ਤੇ ਮੈਨੇਜਰ ਲੱਗਿਆ ਹੋਇਆ ਸੀ ਇਹ, ਅਤੇ ਉਹਨੇ ਬਹੁਤ ਕੁਛ ਮੰਦੇ ਕੰਮ ਹੁੰਦੇ ਵੇਖੇ, ਉਹਨੇ ਲੁੱਟਾਂ ਹੁੰਦੀਆਂ ਵੇਖੀਆਂ, ਉਹਨੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਨਿੱਜੀ ਨਾਵਾਂ ਦੇ ਨਾਲ ਜੁੜਦੀਆਂ ਵੇਖੀਆਂ, ਗੁਰਦੁਆਰਿਆਂ ਦੀਆਂ ਗੋਲਕਾਂ ਲੁੱਟੀ ਦੀਆਂ ਵੇਖੀਆਂ, ਰਮਾਲੇ ਚੰਦੋਏ ਲੰਗਰ ਦੇ ਵਿੱਚੋਂ ਹੇਰਾ ਫੇਰੀਆਂ, ਇਹ ਗੱਡੀਆਂ ਮੋਟਰਾਂ ਦੇ ਵਿੱਚੋਂ ਹੇਰਾ ਫੇਰੀਆਂ, ਬਿਲਡਿੰਗਾਂ ਬਣਨ ਦੇ ਵਿੱਚੋਂ ਬੇਈਮਾਨੀਆਂ, ਹਸਪਤਾਲ ਗੁਰੂ ਰਾਮਦਾਸ ਅੰਮ੍ਰਿਤਸਰ ਉਹਦੇ ਵਿੱਚ ਕਿਵੇਂ ਲੁੱਟ ਹੁੰਦੀ ਹੈ, ਕਿਵੇਂ ਨਜਾਇਜ਼ ਕੰਮ ਹੁੰਦੇ ਨੇ, ਇਹ ਬਹੁਤ ਕੁਝ ਉਹਨੇ ਵੇਖ ਲਿਆ ਅਤੇ ਆਪਣੇ ਕੋਲੇ ਨੋਟ ਕਰ ਲਿਆ, ਜਿਹੜਾ ਕਿ ਮੈਂ ਬਹੁਤ ਕੁਝ ਭਾਵੇਂ ਸਾਰਾ ਨਾ ਸਹੀ ਬਹੁਤ ਕੁਝ ਤੁਹਾਡੇ ਸਨਮੁਖ ਰੱਖ ਚੁੱਕਿਆ ਹਾਂ। ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰਵੇ ਕਿ ਕੋਈ ਬੰਦਾ ਇੰਨਾ ਜ਼ਿਆਦਾ ਸਾਰਿਆਂ ਦਾ ਕੁਫਰ ਨੰਗਾ ਜਾਂ ਤਾਂ ਕਿਸੇ ਮਜਬੂਰੀ ਬਸ ਕਰਦਾ ਹੈ ਜਾਂ ਕੋਈ 1-2% ਬੱਬਰ ਸ਼ੇਰ ਹੁੰਦਾ ਹੈ ਜਿਹੜਾ ਕਿ ਖਤਰਿਆਂ ਨੂੰ ਸਹੇੜ ਕੇ ਵੀ ਸੱਚ ਕਹਿਣਾ ਚਾਹੁੰਦਾ ਹੈ, ਪਰ ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਅਸੀਂ ਸਾਰੇ ਕੋਈ ਨਾ ਕੋਈ ਲਾਲਚ ਦੇ ਅਧੀਨ ਆਮ ਤੌਰ 'ਤੇ ਸੱਚ ਦੱਸਦੇ ਹਾਂ। ਜਿੱਧਰੋਂ ਸਾਨੂੰ ਕੋਈ ਫਾਇਦਾ ਹੁੰਦਾ ਨਜ਼ਰ ਆਵੇ ਉੱਧਰਲੇ ਪਾਸੇ ਨੂੰ ਸਾਡਾ ਝੁਕਾਓ ਹੋ ਜਾਂਦਾ ਹੈ ਬਈ ਜਾਨ ਕਾਹਨੂੰ ਗਵਾਉਣੀ ਹੈ, ਜੇਲ੍ਹ ਕਾਹਨੂੰ ਕਰਵਾਉਣੀ ਹੈ, ਪਰਿਵਾਰ ਦਾ ਨੁਕਸਾਨ ਕਾਹਨੂੰ ਕਰਵਾਉਣਾ ਹੈ। ਦੁਨੀਆ ਦੇ ਵਿੱਚ ਇਹਨਾਂ ਲੋਕਾਂ ਨੇ ਬਹੁ ਗਿਣਤੀ ਹੈ ਇਹਨਾਂ ਚੋਰਾਂ ਦੀ, ਅਤੇ ਇਹਨਾਂ ਤੋਂ ਮੈਂ ਬੇਪਤ ਕਾਹਨੂੰ ਹੋਣਾ, ਮੈਨੂੰ ਬਦਨਾਮ ਕਰਨਗੇ। ਇਸ ਕਰਕੇ ਮੈਂ ਚੁੱਪ ਕਰ ਜਾਵਾਂ, ਜਿਹੋ ਜਿਹਾ ਕੁਛ ਇਹ ਕਰਦੇ ਨੇ ਮੈਂ ਵੀ ਉਹੀ ਕੁਛ ਕਰਨ ਲੱਗ ਜਾਵਾਂ। ਹੁਣ ਇੱਥੇ ਇਹ ਗੱਲ ਇੱਕ ਹੁਣ ਸਾਹਮਣੇ ਆ ਗਈ ਹੋਈ ਹੈ, TV ਚੈਨਲਾਂ 'ਤੇ ਵੀਡੀਓ ਦੇ ਰਾਹੀਂ ਸਾਡੇ ਕੁਝ ਨਿਧੜਕ ਬੁਲਾਰੇ ਇਹ ਬੋਲ ਚੁੱਕੇ ਹੋਏ ਨੇ ਕਿ ਰਘਵੀਰ ਸਿੰਘ ਰਾਜਾ ਸਾਂਸੀ ਨੇ ਵੀ ਬਾਕੀਆਂ ਨੂੰ ਵੇਖ ਕੇ ਬਹੁਤ ਵੱਡੇ ਗਬਨ ਆਪ ਕਰ ਲਏ। ਹੋਰਨਾਂ ਦੇ ਨਾਲ ਉਹਨਾਂ ਨੇ ਕਿ ਜਿਹੜਾ ਸਭ ਤੋਂ ਮਹੱਤਵਪੂਰਨ ਗਬਨ ਪ੍ਰਗਟ ਕੀਤਾ ਵੀਡੀਓ ਦੇ ਵਿੱਚ ਬੋਲ ਕੇ ਦੱਸਿਆ, ਉਹ ਇਹ ਕਿ ਇੱਕ ਬੀਬੀ ਬਜ਼ੁਰਗ ਜਿਹਦਾ ਪਰਿਵਾਰ ਦਿੱਲੀ ਰਹਿੰਦਾ ਸੀ, ਉਹਦੀ ਆਪਣੇ ਪਰਿਵਾਰ ਦੇ ਨਾਲ ਅਣਬਣ ਹੋ ਗਈ। ਉਹਨੇ ਸਾਰਿਆਂ ਨੂੰ ਬੇਦਖਲ ਕਰ ਦਿੱਤਾ ਆਪਣੀ ਜਾਇਦਾਦ ਦੇ ਵਿੱਚੋਂ। ਉਹਦੀ ਜ਼ਮੀਨ ਜਾਇਦਾਦ ਅਤੇ ਆਲੀਸ਼ਾਨ ਕੋਠੀ, ਉਹਨੂੰ ਪੀਲੀ ਕੋਠੀ ਕਹਿੰਦੇ ਸੀ, ਅੰਮ੍ਰਿਤਸਰ ਦੇ ਵਿੱਚ ਸ਼ਾਇਦ ਇਹ ਬਣੀ ਹੋਈ ਸੀ। ਉਸ ਕੋਠੀ ਦੀ ਜਿਹੜੀ ਹੈ ਉਹਨੇ ਕਹਿ ਦਿੱਤਾ ਬੀਬੀ ਨੇ ਕਿ ਮੈਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ 'ਤੇ ਇਹ ਕੋਠੀ ਦਾਨ ਕਰਨਾ ਚਾਹੁੰਦੀ ਹਾਂ, ਕੋਈ ਧਰਮ ਦੇ ਕਾਰਜਾਂ ਦੇ ਉੱਤੇ ਇਹਦਾ ਪੈਸਾ ਲਾ ਦਿੱਤਾ ਜਾਵੇ, ਤੁਸੀਂ ਇਹਨੂੰ ਵੇਚ ਕੇ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿਓ। ਅਤੇ ਉਹਨੇ ਆਪਣਾ ਕੋਈ ਬੰਦਾ ਭੇਜ ਕੇ ਵਿਸ਼ਵਾਸ ਪਾਤਰ ਰਘਵੀਰ ਸਿੰਘ ਰਾਜਾ ਸਾਂਸੀ ਅਤੇ ਹੋਰਨਾਂ ਬੰਦਿਆਂ ਤੱਕ ਪਹੁੰਚ ਕੀਤੀ। ਇਹ 2004-05 ਦੇ ਨੇੜੇ ਤੇੜੇ ਦੀ ਵਾਰਦਾਤ ਹੈ। ਇਹਨਾਂ ਨੇ ਆਪਣੇ ਨਾਲ ਐਕਸਪਰਟ ਬੰਦੇ ਲੈ ਗਏ, ਉਸ ਬੀਬੀ ਦੀਆਂ ਸਾਰੀਆਂ ਗੱਲਾਂ ਸੁਣੀਆਂ, ਆਪਣੇ ਵੱਲੋਂ ਮਿੱਠੀਆਂ ਮੋਮੋ ਠੱਗਣੀਆਂ ਸਾਰੀਆਂ ਸੁਣਾਈਆਂ ਕਿ ਸੱਚੇ ਪਾਤਸ਼ਾਹ ਤੁਹਾਡੇ 'ਤੇ ਬਹੁਤ ਦਿਆਲੂ ਹੈ, ਬੜਾ ਮਿਹਰਬਾਨ ਹੈ, ਤੁਹਾਨੂੰ ਸੱਚਖੰਡ ਦੇ ਵਿੱਚ ਬਹੁਤ ਉੱਚੇ ਦਰਜੇ ਦੀ ਰਿਹਾਇਸ਼ ਮਿਲੇਗੀ, ਉੱਥੇ ਤੁਹਾਡੀ ਸੇਵਾ ਹੋਵੇਗੀ, ਬਹੁਤ ਕੁਝ, ਜਿਵੇਂ ਕਿ ਪੁਜਾਰੀ ਤਬਕਾ ਕਹਿੰਦਾ। ਇਸ ਬੀਬੀ ਨੂੰ ਵੀ ਹੋਰ ਮਿੱਠੀਆਂ ਗੱਲਾਂ ਇਸ ਤਰ੍ਹਾਂ ਦੀਆਂ ਸੁਣਾਈਆਂ ਗਈਆਂ ਅਤੇ ਹੌਲੀ ਉਸ ਬੀਬੀ ਤੋਂ ਗੁਰੂ ਰਾਮਦਾਸ ਸਾਹਿਬ ਦੇ ਨਾਮ 'ਤੇ ਬਹੁਤ ਸਾਰੇ ਪੇਪਰਾਂ 'ਤੇ ਦਸਤਖਤ ਕਰਾ ਲਏ, ਗੂਠੇ ਲਗਵਾ ਲਏ, ਪਰ ਅਸਲ ਦੇ ਵਿੱਚ ਉਹ ਕਾਗਜ਼ ਗੁਰੂ ਰਾਮਦਾਸ ਸਾਹਿਬ ਦੇ ਗੁਰਦੁਆਰੇ ਵਾਸਤੇ ਤਿਆਰ ਨਹੀਂ ਸੀ ਕੀਤੇ ਗਏ। ਭਾਈ ਰਘਵੀਰ ਸਿੰਘ ਨੇ ਆਪਣੇ ਨਾਮ ਉਹ ਕੋਠੀ ਕਰਵਾ ਲਈ ਅਤੇ ਕਾਗਜ਼ਾਂ 'ਚ ਇਹ ਲਿਖਿਆ ਕਿ ਮੈਂ ਇਤਨੇ ਦੇ ਵਿੱਚ ਇਹ ਖਰੀਦੀ ਹੈ, ਪੈਸਿਆਂ 'ਚ ਖਰੀਦੀ ਹੈ, ਅਤੇ ਉਹ ਕੋਠੀ ਖਰੀਦ ਕੇ ਆਪਣੇ ਨਾਮ ਕਰ ਲਈ। ਅਤੇ ਕੁਝ ਹੀ ਸਮੇਂ ਦੇ ਬਾਅਦ ਭਾਈ ਰਘਵੀਰ ਸਿੰਘ ਨੇ TV ਚੈਨਲ ਦੀ ਪੂਰੀ ਰਿਪੋਰਟ ਦੇ ਮੁਤਾਬਕ ਉਹਨੂੰ 6.5 ਕਰੋੜ ਰੁਪਈਏ ਦੀ
ਉਸ ਕੋਠੀ ਨੂੰ ਵੇਚ ਦਿੱਤਾ ਗਿਆ 6.5 ਕਰੋੜ ਰੁਪਈਏ ਦੀ। ਜਦੋਂ ਇਹ 6.5 ਕਰੋੜ ਰੁਪਏ ਦੀ ਕੋਠੀ ਕੱਲਾ ਬੰਦਾ ਵੇਚ ਕੇ ਸਾਰੇ ਪੈਸੇ ਆਪਣੇ ਬੋਝੇ 'ਚ ਪਾ ਗਿਆ ਤੇ ਬਾਕੀਆਂ ਦੇ ਤਾਂ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਬਾਕੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਹੋਰ ਜਾਣਕਾਰ ਬੰਦੇ ਸੀ ਇਹਦੇ, ਉਹਨਾਂ ਨੂੰ ਪਤਾ ਲੱਗਿਆ ਕਿ ਇਹ ਤਾਂ 6.5 ਕਰੋੜ ਕਮਾ ਗਿਆ ਤੇ ਉਹਨਾਂ ਨੇ ਇਹਦੇ ਤੇ ਦਬਾਅ ਪਾਇਆ ਵੀ ਸਾਨੂੰ ਵੀ ਹਿੱਸਾ ਦਿਓ। ਇਹ ਕਹਿਣ ਲੱਗਿਆ ਮੈਂ ਹੁਣ ਕਿਵੇਂ ਦੇਵਾਂ, ਮੇਰੀ ਸਿਆਣਪ ਹੈ, ਮੇਰੀ ਚਲਾਕੀ ਹੈ, ਮੈਂ ਆਪ ਹਿੰਮਤ ਕੀਤੀ ਹੈ ਤੇ ਮੈਂ ਤੁਹਾਨੂੰ ਕਿਉਂ ਦੇਵਾਂ। ਕਹਿਣ ਲੱਗੇ ਅਸੀਂ ਫਿਰ ਲੋਕਾਂ ਦੇ ਵਿੱਚ ਨਸ਼ਰ ਕਰਾਂਗੇ ਤੇਰੀ ਸਾਰੀ ਕਰਤੂਤ। ਕਹਿਣ ਲੱਗੇ ਬੇਸ਼ੱਕ ਕਰ ਦਿਓ, ਮੈਂ ਤੁਹਾਨੂੰ ਸਾਰਿਆਂ ਨੂੰ ਨੰਗੇ ਕਰ ਦਿਆਂਗਾ। ਤੇ ਰਘਬੀਰ ਸਿੰਘ ਰਾਜਾ ਸਾਂਸੀ ਨੇ ਫਿਰ ਆਪਣਾ ਉਹ 6.5 ਕਰੋੜ ਰੁਪਈਏ ਦਾ ਗਬਨ ਅਤੇ ਹੋਰ ਵੀ ਕੀਤਾ ਹੋਣਾ, ਕਿਉਂਕਿ ਇਹ ਵੱਡੇ ਅਹੁਦੇ ਤੇ ਸੀ, ਖਰੀਦੋ ਫਰੋਖਤ ਇਹਦੇ ਜ਼ਿੰਮੇਵਾਰੀ ਸੀ। ਤੇ ਫਿਰ ਇਹਨੇ ਉਹਨਾਂ ਸਾਰੇ ਲੋਕਾਂ ਦੇ ਬਾਰੇ ਜਿਹੜੇ ਇਹਦੇ ਵਿਰੁੱਧ ਆਵਾਜ਼ ਉਠਾਉਂਦੇ ਸੀ ਅਤੇ ਹੋਰ ਜਿਹੜੇ ਸ਼੍ਰੋਮਣੀ ਕਮੇਟੀ 'ਚ ਇਹਨੂੰ ਪਤਾ ਸੀ, ਉਹਨਾਂ ਸਾਰਿਆਂ ਦੇ ਚਿੱਥੜੇ ਉਡਾ ਦਿੱਤੇ, ਪਰਦੇ ਪਾੜ ਦਿੱਤੇ ਕਿ ਤੁਸੀਂ ਵੀ ਤਾਂ ਇੰਨੀਆਂ ਲੁੱਟਾਂ ਕੀਤੀਆਂ ਨੇ, ਜੇ ਮੈਂ ਕਰ ਲਈ ਤੇ ਫਿਰ ਮੈਂ ਕੋਈ ਜੱਗੋਂ 13ਵੀਂ ਥੋੜ੍ਹਾ ਕਰ ਦਿੱਤੀ ਹੈ, ਤੁਸੀਂ ਵੀ ਤਾਂ ਕਿਤਨੀ ਦੇਰ ਤੋਂ ਪੈਸੇ ਹੜੱਪ ਕਰਦੇ ਆ ਰਹੇ ਹੋ। ਇਹ ਬਿਆਨ ਰਘਬੀਰ ਸਿੰਘ ਨੇ ਸਟੇਜ ਦੇ ਉੱਤੇ ਅਤੇ ਕਿਤਾਬ ਜਿਹਾ ਛਪਵਾ ਕੇ ਇਹ ਵੰਡਿਆ ਸੀ ਰਾਜਾ ਸਾਂਸੀ ਪਿੰਡ ਦੇ ਵਿੱਚ, ਤੇ ਸਿੱਖ ਸ਼ਹਾਦਤ ਮੈਗਜ਼ੀਨ ਦੇ ਵਿੱਚ ਇਹ ਸਾਰਾ ਛਪਿਆ ਹੋਇਆ। ਉਹਦੀਆਂ ਕਾਪੀਆਂ ਮੇਰੇ ਕੋਲੇ ਮੌਜੂਦ ਨੇ। ਪਰ ਇਹਨੇ ਆਪਣੇ ਬਾਰੇ ਕੁਝ ਨਾ ਲਿਖਿਆ। ਇਹਦੇ ਆਪਣੇ ਬਾਰੇ ਫਿਰ ਬਾਅਦ ਦੇ ਵਿੱਚ ਦੂਜੀਆਂ ਧਿਰਾਂ ਨੇ ਨੰਗਾ ਕਰਨਾ ਸ਼ੁਰੂ ਕਰ ਦਿੱਤਾ ਕਿ ਇਹਨੇ ਉਹ 6.5 ਕਰੋੜ ਹੀ ਨਹੀਂ ਵਟਿਆ ਤੇ ਉਹਦੇ ਨਾਲ ਇਹਨੇ ਹੋਰ ਬਹੁਤ ਕੁਝ ਕਮਾਈਆਂ ਕੀਤੀਆਂ। ਤੇ ਜਦੋਂ ਇਹਦੇ ਤੇ ਦਬਾਅ ਪਾਇਆ ਗਿਆ ਕਿ ਤੂੰ ਇਹ ਕੰਮ ਨਾ ਕਰ, ਅੱਗੇ ਤੋਂ ਚੁੱਪ ਕਰ ਜਾ, ਕਹਿਣ ਲੱਗਿਆ ਮੈਂ ਨਹੀਂ ਕਰਾਂਗਾ, ਤਾਂ ਇਹਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ 2006 ਦੇ ਵਿੱਚ। ਉਪਰੰਤ ਲਗਾਤਾਰ ਇਹ ਲੜਦਾ ਰਿਹਾ ਲੜਾਈ ਕਿ ਮੈਂ ਐਡੇ ਵੱਡੇ ਅਹੁਦੇ ਤੇ ਰਿਹਾ, ਮੇਰੀ ਜਿਹੜੀ ਹੈ ਬਕਾਇਆ ਪੈਨਸ਼ਨ ਅਤੇ ਹੋਰ ਜਿਹੜੇ ਭੱਤੇ ਹੁੰਦੇ ਨੇ ਉਹ ਦਿੱਤੇ ਜਾਣ ਤੇ ਤੁਸੀਂ ਮੈਨੂੰ ਇਸ ਤਰ੍ਹਾਂ ਨੌਕਰੀ ਤੋਂ ਬਰਖਾਸਤ ਨਹੀਂ ਕਰ ਸਕਦੇ। ਇਹ ਸਿਲਸਿਲਾ ਅੱਗੇ ਤੋਂ ਅੱਗੇ ਚੱਲਦਾ ਰਿਹਾ। 2011 ਦੇ ਵਿੱਚ ਜਾ ਕੇ ਇਹਦੇ ਨਾਲ ਸਮਝੌਤਾ ਹੋਇਆ ਤੇ ਪਰ ਅਜੇ ਵੀ ਗੱਲ ਸਿਰੇ ਨਾ ਲੱਗੀ। ਇਹਨੂੰ ਜੋ ਕਹਿਣਾ ਚਾਹੁੰਦੇ ਸੀ ਉਹ ਕਿ ਤੈਨੂੰ ਟਿਕਟ ਦੇ ਦਿਆਂਗੇ ਰਾਜਾ ਸਾਂਸੀ ਇਲਾਕੇ ਤੋਂ MLA ਦੀ, ਤੇ ਇਹਨੇ ਆਖਿਆ ਕਿ ਮੈਂ ਕੱਲੀ ਟਿਕਟ ਨਹੀਂ ਲਵਾਂਗਾ, ਇਹ ਸਾਰਾ ਜਿਹੜਾ ਕੰਮ ਮੇਰੇ ਤੇ ਹੋਇਆ ਖੁਰਦ-ਬੁਰਦ ਹੋਣਾ ਚਾਹੀਦਾ। ਤੇ ਫਿਰ ਵੀ ਉਹਨਾਂ ਨੇ ਯਕੀਨ ਨਾ ਕੀਤਾ ਪਰ ਟਿਕਟ ਨਾ ਮਿਲੀ। ਅੰਤ ਨੂੰ ਲਗਾਤਾਰ ਸੁਖਬੀਰ ਸਿੰਘ ਬਾਦਲ ਨੇ 2017 ਦੇ ਵਿੱਚ ਜਾ ਕੇ ਇਸੇ ਰਘਬੀਰ ਸਿੰਘ ਰਾਜਾ ਸਾਂਸੀ ਨੂੰ ਪੁਰਾਣੇ ਕੀਤੇ ਕੰਮਾਂ ਦੀ ਜਿਹੜਾ ਇਹਦਾ ਬਕਾਇਆ ਰੁਕਿਆ ਹੋਇਆ ਸੀ ਤਨਖਾਹ ਅਤੇ ਹੋਰ ਕੰਮਾਂ ਦਾ ਨਾਲ ਇਹਨੂੰ ਰਾਜੀ ਕਰਨ ਦਾ, ਜ਼ਬਾਨ ਬੰਦ ਕਰਾਉਣ ਦਾ ਕਿ ਸਾਨੂੰ ਬਦਨਾਮ ਨਾ ਕਰ। ਇਹਨੂੰ 50 ਲੱਖ ਰੁਪਈਆ ਦਿੱਤਾ ਗਿਆ 2017 ਦੇ ਵਿੱਚ। ਇਹ ਸਾਰਾ ਕੁਝ TV ਚੈਨਲ ਤੇ ਸਾਡੇ ਭਰਾ ਵੀਡੀਓ ਬਣਾ ਕੇ ਦੱਸ ਰਹੇ ਨੇ ਤੇ ਸਾਹਮਣੇ ਆ ਰਹੇ ਨੇ। 2017 ਦੇ ਵਿੱਚ ਇਹਨੂੰ 50 ਲੱਖ ਰੁਪਈਆ ਦੇ ਕੇ ਜ਼ਬਾਨਬੰਦੀ ਕਰਵਾਈ ਗਈ। ਤੋ ਇਹ ਸਿਲਸਿਲਾ ਕਿਤੇ ਵੀ ਮੁੱਕਿਆ ਨਹੀਂ, ਇਹ ਅੱਗੇ ਤੋਂ ਅੱਗੇ ਚੱਲਦਾ। ਭਾਵੇਂ ਇਹ ਚੁੱਪ ਕਰਕੇ ਉਦੋਂ ਬਾਅਦ ਬਹਿ ਗਿਆ, ਪਰ ਇਹ ਤੇ ਪੱਕੀ ਗੱਲ ਹੈ ਕਿ ਪੁਰਾਣਾ 6.5 ਕਰੋੜ ਅਤੇ 50 ਲੱਖ ਹੋਰ 7 ਕਰੋੜ ਬਣ ਗਿਆ। ਇਹਨੇ ਆਪਣੇ ਬੋਝੇ 'ਚ ਪਾ ਲਿਆ। ਉਂਝ ਸਾਰੇ ਸ਼੍ਰੋਮਣੀ ਕਮੇਟੀ ਦੇ ਘਪਲੇ ਨੇ ਜਿਹੜੇ ਉਹਨੇ ਨੰਗੇ ਕਰ ਦਿੱਤੇ ਤੇ ਮਗਰੋਂ ਆਪਣਾ ਵੀ ਸਭ ਕੁਝ ਨੰਗਾ ਕਰਵਾ ਲਿਆ। ਇਹ ਸਾਰਾ ਕੁਝ ਇੱਕ ਨਹੀਂ, ਸ਼੍ਰੋਮਣੀ ਕਮੇਟੀ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਤੇ ਡੇਰਿਆਂ ਟਕਸਾਲਾਂ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਮੈਂ ਦੁਨੀਆ ਘੁੰਮ ਲਈ, ਬੜੇ ਅਖਬਾਰ ਰਸਾਲੇ ਪੜ੍ਹ ਲਏ, ਬੜੇ ਰਿਕਾਰਡ ਕੱਢ ਕੇ ਆਪਣੇ ਕੋਲੇ ਸਾਂਭ ਲਏ ਤੇ ਬਹੁਤ ਸਾਰੇ ਮੈਂ ਆਪਣੇ ਬੋਲ ਚਾਲ ਦੇ ਵਿੱਚ ਪੇਸ਼ ਵੀ ਕਰ ਚੁੱਕੇ ਹਾਂ, ਕਿਤਾਬਾਂ 'ਚ ਪਾ ਚੁੱਕੇ ਹਾਂ। ਤੇ ਇੱਥੋਂ ਤੱਕ ਟਕਸਾਲ ਦਾ ਇੱਕ ਮੁਖੀ ਗਿਆਨੀ ਗੁਰਬਚਨ ਸਿੰਘ, ਸੰਤ ਮਹਾਂਪੁਰਖ ਬ੍ਰਹਮ ਗਿਆਨੀ ਤੇ ਹੋਰ ਪਤਾ ਨਹੀਂ ਕੀ ਇਹਨਾਂ ਦੇ ਨਾਮ ਨਾਲ ਜੁੜਦਾ। ਇੱਥੇ ਅੱਜ ਕੱਲ੍ਹ ਉੱਤਰਾਖੰਡ 'ਚ ਆ ਗਿਆ, ਅੱਗੇ ਯੂਪੀ 'ਚ ਹੁੰਦਾ ਸੀ। ਜ਼ਿਲ੍ਹਾ ਹੈ ਰੁਦਰਪੁਰ। ਰੁਦਰਪੁਰ ਜ਼ਿਲ੍ਹੇ ਦੇ ਵਿੱਚ ਡਿਬਡਿਬਾ ਪਿੰਡ ਹੈ। ਡਿਬਡਿਬਾ ਦੇ ਪਿੰਡ ਦੇ ਵਿੱਚ 100 ਏਕੜ ਹੈ ਕਿ 200 ਏਕੜ ਜ਼ਮੀਨ ਹੈ। ਉਸ ਪਿੰਡ ਦੇ ਵਿੱਚ ਬਹੁਤ ਵੱਡਾ
ਖੇਤੀ ਵਾਸਤੇ ਫਾਰਮ ਹਾਊਸ ਜਿਹਨੂੰ ਕਹਿੰਦੇ ਨੇ, ਉੱਥੇ ਹੀ ਭਿੰਡਰਾਂ ਵਾਲੇ ਗੁਰਬਚਨ ਸਿੰਘ ਦਾ ਫਾਰਮ ਹਾਊਸ ਬਣਿਆ ਹੋਇਆ ਹੈ। ਉੱਥੇ ਇਹਦਾ ਪਰਿਵਾਰ ਰਹਿੰਦਾ ਰਿਹਾ ਹੈ। ਇਹਨੇ ਇੱਥੋਂ ਪੈਸਾ ਕਮਾ ਕੇ ਪੰਜਾਬ ਦੇ ਵਿੱਚੋਂ ਯੂਪੀ ਦੇ ਵਿੱਚ ਜਾ ਕੇ ਰੁਦਰਪੁਰ ਜ਼ਿਲ੍ਹੇ ਦੇ ਵਿੱਚ ਡਿਬਡਿਬੇ ਪਿੰਡ ਦੀ ਜ਼ਮੀਨ ਦੇ ਵਿੱਚ 100-150 ਏਕੜ ਜ਼ਮੀਨ ਖਰੀਦ ਕੇ ਆਪਣਾ ਪਰਿਵਾਰ ਉੱਥੇ ਵਸਾ ਲਿਆ, ਤਾਂ ਕਿ ਲੋਕਾਂ ਨੂੰ, ਪੰਜਾਬ ਦਿਆਂ ਨੂੰ ਪਤਾ ਨਾ ਲੱਗ ਜਾਵੇ ਕਿ ਇਹ ਇੰਨੀ ਜਾਇਦਾਦ ਬਣਾ ਗਿਆ। ਉੱਥੋਂ ਦਾ ਭਾਈ ਹਰਦੀਪ ਸਿੰਘ ਡਿਬਡਿਬੇ ਨੇ ਆਪਣੀਆਂ ਸਾਰੀਆਂ ਇਹ ਗੱਲਾਂ ਨੰਗੀਆਂ ਉਹਨੇ ਕੀਤੀਆਂ ਨੇ, ਕਿਉਂਕਿ ਉਹ ਡਿਬਡਿਬੇ ਪਿੰਡ ਦਾ ਸੀ। ਜਦੋਂ ਇਹਨਾਂ ਦੀਆਂ ਕਰਤੂਤਾਂ ਉਹਨੇ ਨੰਗੀਆਂ ਕੀਤੀਆਂ ਤਾਂ ਉਹਨੂੰ ਮਾਰਨ ਪੈ ਗਏ। ਭਾਈ ਹਰਦੀਪ ਸਿੰਘ ਨੂੰ ਪਿੰਡ ਛੱਡ ਕੇ ਪਰਿਵਾਰ ਸਮੇਤ ਰਾਜਸਥਾਨ ਦੇ ਵਿੱਚ ਜਾ ਕੇ ਬਸਣਾ ਪਿਆ। ਇਹਦੇ ਪਰਿਵਾਰ ਨੇ ਮਸੀਂ ਜਾਨ ਬਚਾਈ ਹੈ। ਤੇ ਫਿਰ ਇਸੇ ਗਿਆਨੀ ਗੁਰਬਚਨ ਸਿੰਘ ਦਾ ਪਰਿਵਾਰ ਇੰਗਲੈਂਡ ਦੇ ਵਿੱਚ ਆਪਣਾ ਗੁਰਦੁਆਰਾ ਸਥਾਪਿਤ ਕੀਤਾ, ਜਿੱਥੇ ਸਿੱਖਾਂ ਦੀ ਸਭ ਤੋਂ ਜ਼ਿਆਦਾ ਆਬਾਦੀ ਸੀ। ਬਹੁਤ ਪਹਿਲਾਂ ਜਦੋਂ ਸਿੱਖ ਅਜੇ ਜਾਣੇ ਸ਼ੁਰੂ ਹੋਏ ਸੀ, ਉੱਥੇ ਸਾਊਥ ਹਾਲ ਦੇ ਏਰੀਏ 'ਚ ਬਹੁਤ ਵੱਡਾ ਗੁਰਦੁਆਰਾ ਇਹਨਾਂ ਨੇ ਖੋਲ੍ਹਿਆ, ਆਪਣੀ ਨਿੱਜੀ ਜਾਇਦਾਦ ਬਣਾ ਲਿਆ। ਲਗਾਤਾਰ 30-40 ਸਾਲ ਤੱਕ ਉਸ ਗੁਰਦੁਆਰੇ 'ਤੇ ਕਾਬਜ਼ ਰਹੇ ਤੇ ਸਾਰੀ ਉਹਦੀ ਗੋਲਕ ਆਪਣੇ ਝੋਲਿਆਂ 'ਚ, ਬੋਝਿਆਂ 'ਚ, ਖੀਸਿਆਂ 'ਚ ਇਹ ਪਾਉਂਦੇ ਰਹੇ, ਹੜੱਪ ਕਰਦੇ ਰਹੇ। ਕਿਸੇ ਹੋਰ ਨੂੰ ਨੇੜੇ ਨਹੀਂ ਲੱਗਣ ਦਿੱਤਾ ਗਿਆ। ਉਪਰੰਤ ਹੌਲੀ ਹੌਲੀ 40-50 ਸਾਲਾਂ ਤੋਂ ਬਾਅਦ ਕੁਝ ਲੋਕਾਂ ਨੂੰ ਸੂਝ-ਬੂਝ ਆਈ, ਇਹਨਾਂ ਦਾ ਜਿਹੜਾ ਗਲਬਾ ਸੀ ਤੋੜਨਾ ਚਾਹੁੰਦੇ ਸੀ। ਨਵੀਂ ਕਮੇਟੀ ਖੜੀ ਹੋ ਗਈ, ਬਹੁਤ ਮੁਕਾਬਲੇਬਾਜ਼ੀ ਹੋਈ, ਤਰ੍ਹਾਂ ਤਰ੍ਹਾਂ ਦੀਆਂ ਟੱਕਰਾਂ ਹੋਈਆਂ ਤੇ ਚੋਣਾਂ ਦੇ ਵਿੱਚ ਇੱਕ ਹੋਰ ਕਮੇਟੀ ਦੇ ਬੰਦੇ ਉਹ ਜੇਤੂ ਹੋ ਗਏ ਤੇ ਟਕਸਾਲ ਵਾਲੇ ਹਾਰ ਗਏ। ਇਹਨਾਂ ਦੇ ਜਿਹੜੇ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਸੀ, ਭਤੀਜੇ ਸੀ, ਇਹਨਾਂ ਨੇ ਉਹ ਗੱਦੀ ਤੋਂ ਉਤਰਨ ਤੋਂ ਪਹਿਲਾਂ ਬੜੇ ਹੱਥਕੰਡੇ ਵਰਤੇ। ਅੰਤ ਨੂੰ ਨਵੀਂ ਕਮੇਟੀ ਨੂੰ ਇਹਨਾਂ ਨੇ ਅਧਿਕਾਰ ਦੇਣ ਦਾ ਜਦੋਂ ਸਾਰੇ ਕਾਗਜ਼ਾਂ ਪੱਤਰਾਂ 'ਤੇ ਦਸਤਖਤ ਕਰ ਦਿੱਤੇ, ਜਦੋਂ ਕਮੇਟੀ ਨੇ ਉਹ ਕਾਗਜ਼ ਪੱਤਰ ਦੇਖੇ, ਰਜਿਸਟਰ ਫੋਲੇ ਅਤੇ ਬੈਂਕ ਖਾਤੇ ਵੇਖੇ, ਕਈ ਕਰੋੜ ਰੁਪਈਆ ਗੁਰਦੁਆਰੇ ਦੇ ਨਾਮ 'ਤੇ ਸਰਕਾਰ ਤੋਂ ਇਹਨਾਂ ਪਹਿਲੀਆਂ ਕਮੇਟੀਆਂ ਨੇ ਕਰਜ਼ਾ ਲਿਆ ਹੋਇਆ ਸੀ। ਉਹਨਾਂ ਦੇ ਤਾਂ ਹਵਾਸ਼ ਉੱਡ ਗਏ ਕਿ ਇੰਨਾ ਕਰਜ਼ਾ ਨਵੀਂ ਕਮੇਟੀ ਕਿੱਥੋਂ ਉਤਾਰੇਗੀ। ਕਰੋੜਾਂ ਡਾਲਰ, ਕਰੋੜਾਂ ਪਾਉਂਡ ਇਹ ਕਰਜ਼ਾ ਚੜ੍ਹਿਆ, ਕਿਵੇਂ ਉਤਾਰਾਂਗੇ। ਖੈਰ, ਕੁਝ ਉਹ ਬੰਦੇ ਪੜ੍ਹੇ ਲਿਖੇ ਸੀ, ਸਮਝਦਾਰ ਸੀ, ਉਹਨਾਂ ਨੇ ਆਪਣੇ ਵਿਚੋਲੇ ਪਾਏ। ਉਹ ਸਰਦਾਰ ਮਨਮੋਹਨ ਸਿੰਘ ਉਦੋਂ ਪ੍ਰਧਾਨ ਮੰਤਰੀ ਸੀ। ਉਸ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੱਕ ਪਹੁੰਚ ਕੀਤੀ। ਮਨਮੋਹਨ ਸਿੰਘ ਨੇ ਇੰਗਲੈਂਡ ਦੀ ਸਰਕਾਰ ਨੂੰ ਚਿੱਠੀ ਪਾਈ ਜਾਂ ਜ਼ਬਾਨੀ ਕੋਈ ਗੱਲ ਕੀਤੀ, ਪਰ ਉਹਨੇ ਸਰਕਾਰ ਨੂੰ ਕਹਿ ਕੇ ਇੰਗਲੈਂਡ ਵਾਲੀ ਨੂੰ ਉਹ ਗੁਰਦੁਆਰੇ ਦਾ ਕਰਜ਼ਾ ਮਾਫ ਕਰਵਾਇਆ। ਤਾਂ ਨਵੇਂ ਸਿਰਿਓਂ ਉਹ ਗੁਰਦੁਆਰਾ ਚੱਲਿਆ ਤੇ ਤਾਂ ਉੱਥੋਂ ਟਕਸਾਲ ਦੇ ਵਡੇਰਿਆਂ ਦਾ ਜਿਹੜਾ ਗਲਬਾ ਉਹ ਖਤਮ ਕੀਤਾ। ਜਾਂਦੇ ਜਾਂਦੇ ਕਈ ਕਰੋੜ ਪਾਉਂਡ ਕਰਜ਼ਾ ਵੀ ਗੁਰਦੁਆਰੇ 'ਤੇ ਛੱਡ ਗਏ। ਇਸ ਤਰ੍ਹਾਂ ਦੀਆਂ ਹੜੱਪਾਂ, ਇਸ ਤਰ੍ਹਾਂ ਦੇ ਖਾਣਾ ਪੀਣਾ ਗੁਰਦੁਆਰਿਆਂ, ਧਰਮ ਸਥਾਨਾਂ ਦੇ ਰਾਹੀਂ ਆਮ ਚੱਲ ਰਿਹਾ ਹੈ। ਇੱਥੇ ਗਿਆਨੀ ਗੁਰਬਚਨ ਸਿੰਘ ਅਕਾਲ ਤਖਤ ਦੇ ਜਥੇਦਾਰ ਨੇ ਮੁਕਤਸਰ ਦੇ ਵਿੱਚ ਆਲੀਸ਼ਾਨ ਹੋਟਲ ਬਣਾਇਆ ਹੋਇਆ ਹੈ। ਉਹ ਪੈਸਾ ਕਿੱਥੋਂ ਆਇਆ? ਗੁਰੂ ਕੀਆਂ ਗੋਲਕਾਂ 'ਚੋਂ। ਤੇ ਇਸ ਤਰ੍ਹਾਂ ਬੰਗਲੌਰ ਦਾ ਇੱਕ ਭਾਈ ਰਵਿੰਦਰ ਸਿੰਘ, ਉਹਨੇ ਸਾਰੇ ਦਾ ਸਾਰਾ ਮੈਟਰ ਲਿਖ ਕੇ ਅਤੇ ਬੋਲ ਕੇ ਪਾਇਆ ਹੋਇਆ ਕਿ ਮੈਂ ਕਿੰਨੀਆਂ ਕਿੰਨੀਆਂ ਰਿਸ਼ਵਤਾਂ ਇਹਨਾਂ ਨੂੰ ਦਿੱਤੀਆਂ, ਜਿਹੜੇ ਮੇਰੇ 'ਤੇ ਝੂਠੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਮਾਫ ਕਰਾਉਣ ਵਾਸਤੇ। ਇਸੇ ਤਰ੍ਹਾਂ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੇ ਧਨਵੰਤ ਸਿੰਘ ਸਾਧ ਨੂੰ ਬਲਾਤਕਾਰੀ ਦੇ ਕੇਸ ਵਿੱਚੋਂ ਪੂਰੀ ਤਰ੍ਹਾਂ ਬਰੀ ਕਰ ਦਿੱਤਾ, ਸਿਰਫ 70,000 ਰੁਪਈਆ ਲੈ ਕੇ, ਜਦੋਂ ਕਿ ਅਦਾਲਤ ਨੇ ਉਸੇ ਧਨਵੰਤ ਸਿੰਘ ਸਾਧ ਨੂੰ, ਬਲਾਤਕਾਰੀ ਨੂੰ 10 ਸਾਲ ਦੀ ਕੈਦ ਬਾ ਮੁਸ਼ੱਕਤ ਸੁਣਾ ਦਿੱਤੀ ਸੀ। ਇਸੇ ਤਰ੍ਹਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਇੱਕ ਭਾਗ ਸਿੰਘ ਨਾਮ ਦੇ ਬੰਦੇ ਤੋਂ, ਜਿਹੜਾ ਇੰਗਲੈਂਡ ਰਹਿੰਦਾ ਸੀ, ਬਹੁਤ ਸਾਰੀ ਜ਼ਮੀਨ ਉਹਨੇ ਦਿੱਤੀ ਸੀ ਭਾਗ ਸਿੰਘ ਨੇ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਮ 'ਤੇ ਕੋਈ ਸਕੂਲ, ਕੋਈ ਕਾਲਜ ਖੋਲ੍ਹਣਾ ਚਾਹੁੰਦਾ ਤੇ ਤੁਸੀਂ ਜਿੱਥੇ ਮਰਜ਼ੀ ਕਾਲਜ ਸਕੂਲ ਖੋਲ੍ਹ ਲਓ, ਜ਼ਮੀਨ ਨੂੰ ਵੇਚੋ ਭਾਵੇਂ ਰੱਖੋ, ਇਹਨੂੰ ਕਿਤੇ ਹੋਰ ਗੁਰੂ ਸਾਹਿਬ ਦੇ ਨਾਮ 'ਤੇ
ਇਹ ਕਾਲਜ ਵਗੈਰਾ ਬਣਾ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਤੇ ਉਹਨੇ ਜ਼ਮੀਨ ਦਾਨ ਕਰ ਦਿੱਤੀ ਸਾਰੀ। ਆਪ ਉਹ ਇੰਗਲੈਂਡ ਦੇ ਵਿੱਚ ਰਹਿੰਦਾ ਸੀ। ਤੇ ਮਨਜੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਨੇ ਉਹਦੇ ਤੋਂ ਸਾਰੇ ਪੇਪਰਾਂ ਤੇ ਦਸਤਖਤ ਕਰਾ ਲਏ ਤੇ ਉਹ ਵਿਸ਼ਵਾਸ ਦੇ ਨਾਲ ਸਾਰੇ ਕਿਤੇ ਦਸਤਖਤ ਕਰਦਾ ਗਿਆ। ਅੰਤ ਨੂੰ ਕੁਝ ਸਮੇਂ ਤੋਂ ਬਾਅਦ ਮਨਜੀਤ ਸਿੰਘ ਜਥੇਦਾਰ ਨੇ ਉਹ ਸਾਰੀ ਜ਼ਮੀਨ 65,26,000 ਦੀ ਉਹ ਵੇਚ ਦਿੱਤੀ ਤੇ ਸਾਰੇ ਪੈਸੇ ਆਪਣੇ ਬੋਝੇ ਵਿੱਚ ਪਾ ਲਏ। ਤੇ ਜਦੋਂ ਇਸ ਗੱਲ ਦੀ ਖਬਰ ਉਸ ਭਾਗ ਸਿੰਘ ਨਾਮ ਦੇ ਬੰਦੇ ਨੂੰ ਮਿਲੀ ਤੇ ਉਹ ਦੌਰਾ ਪੈ ਕੇ ਉਹਦੀ ਮੌਤ ਹੋ ਗਈ। ਤੇ ਤੁਸੀਂ ਆਪ ਸੋਚੋ ਕਿੱਡੇ ਕਿੱਡੇ ਵੱਡੇ ਅਹੁਦੇਦਾਰ ਕੀ ਕਰ ਰਹੇ ਨੇ। ਇਹ ਸਾਰਾ ਕੁਝ ਅਖਬਾਰਾਂ 'ਚ ਛਪਿਆ ਹੋਇਆ ਹੈ, ਮੈਂ ਨੋਟ ਕੀਤਾ ਹੈ ਆਪਣੇ ਕੋਲੇ। ਪਿਆਰਿਓ, ਇੱਥੋਂ ਇੱਕੋ ਹੀ ਗੱਲ ਨਹੀਂ, ਇੱਥੇ ਸਾਮਿਆਨੇ ਲਾਉਣ ਦੇ 12-12 ਕਰੋੜ ਰੁਪਈਆ ਜਦੋਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਕਰਤਾਰਪੁਰ ਦੇ ਲਾਂਘੇ ਦੀਆਂ ਗੱਲਾਂ ਹੋਈਆਂ, ਉਦੋਂ ਚੋਣਾਂ 'ਚ ਆਉਣ ਦੀਆਂ ਸੀ ਨੇੜੇ। ਤੇ ਉਦੋਂ ਸੁਲਤਾਨਪੁਰ ਲੋਧੀ ਲੰਗਰ ਅਤੇ ਸਾਮਿਆਨੇ ਦਾ 12 ਕਰੋੜ ਰੁਪਈਆ ਸ਼੍ਰੋਮਣੀ ਕਮੇਟੀ ਦਾ ਲੱਗਿਆ। ਤੇ ਆਏ ਕੌਣ ਸੀ ਉੱਥੇ? ਰਾਜਨੀਤਿਕ ਲੋਕ। ਕੰਮ ਰਾਜਨੀਤੀ ਦਾ ਹੋ ਰਿਹਾ। 12-15 ਕਰੋੜ ਰੁਪਈਆ ਕਾਗਜ਼ਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਲੱਗ ਰਿਹਾ। ਪਤਾ ਨਹੀਂ ਲੱਗਿਆ, ਪਤਾ ਨਹੀਂ ਲੱਗਿਆ ਕਿਹਦੇ ਜੇਬ 'ਚ ਪੈ ਗਿਆ, ਪਰ ਵਿਖਾ ਦਿੱਤਾ। ਕੋਈ ਵੱਡੇ ਵੱਡੇ ਇਕੱਠ ਹੋਣ ਲੀਡਰੀਆਂ ਚਮਕਾਉਣ ਵਾਸਤੇ, ਜਿਹੜਾ ਲੰਗਰ ਜਾਂਦਾ ਹੈ ਉਹ ਗੁਰਦੁਆਰਿਆਂ ਦੇ ਵਿੱਚੋਂ ਬਣ ਕੇ ਜਾਂਦਾ ਹੈ। ਤੇ ਬਾਦਲ ਸਾਹਿਬ ਇੱਥੇ ਦੁੱਖ ਨਿਵਾਰਨ ਪਟਿਆਲਾ ਜੇਲ੍ਹ ਦੇ ਵਿੱਚ ਬਹੁਤ ਵੱਡਾ ਕਾਫਲਾ ਲੈ ਕੇ ਗ੍ਰਿਫਤਾਰੀ ਦੇਣ ਵਾਸਤੇ ਆਏ ਸੀ ਬਹੁਤ ਪਹਿਲਾਂ। ਇਹ 2003-4 ਦੀ ਗੱਲ ਹੋਣੀ ਹੈ, ਕਿਉਂਕਿ ਉਦੋਂ ਇਹ ਗੱਦੀ ਤੇ ਨਹੀਂ ਸੀ। ਅਮਰਿੰਦਰ ਸਿੰਘ ਦਾ ਵਿਰੋਧ ਕਰਨ ਵਾਸਤੇ ਇਹਨਾਂ ਨੇ ਵੱਡਾ ਇੱਕ ਜਲੂਸ ਕੱਢਿਆ ਸੀ ਤੇ ਉਹਦੇ 50,000 ਬੰਦਿਆਂ ਦਾ ਜਿਹੜਾ ਲੰਗਰ ਹੈ ਉਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚੋਂ ਬਣ ਕੇ ਗਿਆ। ਇਸੇ ਤਰ੍ਹਾਂ ਬੀਬੀ ਜਗੀਰ ਕੌਰ ਹੈ, ਇਹ ਅਫਰੀਕਾ ਵਗੈਰਾ ਦੇ ਦੌਰੇ 'ਤੇ ਗਈ, ਕਈ ਲੱਖ ਰੁਪਈਆ ਟਿਕਟਾਂ ਦਾ ਤੇ ਆਪਣੇ ਹੋਰ ਖਰਚਿਆਂ ਦਾ ਉਹ ਗੋਲਕ ਦੇ ਵਿੱਚੋਂ ਉਡਾ ਦਿੱਤਾ ਗਿਆ। ਇਸੇ ਤਰ੍ਹਾਂ ਗੁਰਦੁਆਰਿਆਂ ਦੇ ਗੋਲਕਾਂ ਦੇ ਵਿੱਚੋਂ ਚੋਣ ਫੰਡ ਵਾਸਤੇ ਕਰੋੜਾਂ ਅਰਬਾਂ ਰੁਪਈਆ ਹੁਣ ਤੱਕ ਜਾ ਚੁੱਕਿਆ ਹੋਇਆ ਤੇ ਲਗਾਤਾਰ ਜਾ ਰਿਹਾ ਹੈ। ਤੇ ਗੁਰੂ ਪਿਆਰ ਵਾਲਿਓ, ਇੱਥੇ ਤਾਂ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਭਾਵੇਂ ਭਾਂਡੇ ਨੇ, ਭਾਵੇਂ ਮੁਰਦਿਆਂ ਦੇ ਕੱਫਣ ਨੇ। ਕੀਰਤਪੁਰ ਦੇ ਵਿੱਚ ਜਿਹੜਾ ਇੰਨਾ ਕੱਪੜਾ ਲੀੜਾ ਭਾਂਡੇ ਢੀਂਡੇ ਸਾਡੇ ਭੈਣ ਭਰਾ ਮੁਰਦਿਆਂ ਦੇ ਨਾਮ ਤੇ ਉੱਥੇ ਚੜਾ ਕੇ ਆਉਂਦੇ ਨੇ, ਉਹ ਸਾਰਾ ਕੋਈ ਕਿੱਥੇ ਜਾਂਦਾ ਹੈ? ਕਦੀ ਪਤਾ ਤਾਂ ਕਰ ਲਓ ਵੀ ਉੱਪਰ ਪਹੁੰਚ ਗਿਆ ਕਿ ਨਹੀਂ ਪਹੁੰਚ ਗਿਆ। ਆਪਣੇ ਵੱਡੇ ਵਡੇਰਿਆਂ ਨੂੰ ਟੈਲੀਫੋਨ ਕਰਕੇ ਪੁੱਛ ਲਓ ਕਿਸੇ ਨੂੰ, ਜਿਹੜੇ ਉੱਪਰ ਕਿਤੇ ਤੁਸੀਂ ਸਮਝਦੇ ਹੋ ਕਿ ਉੱਪਰ ਬੈਠੇ ਨੇ, ਕਿ ਕੀ ਸਾਡੇ ਭਾਂਡੇ ਤੇ ਸਾਡੇ ਕੱਪੜੇ ਉੱਪਰ ਪਹੁੰਚ ਗਏ। ਮੈਂ ਆਨੰਦਪੁਰ ਦੇ ਵਿੱਚ ਜਿਹੜੀਆਂ ਪਿੱਛੇ ਦੁਕਾਨਾਂ ਹੁੰਦੀਆਂ ਨੇ ਕੋਈ ਲੁਕਵੇਂ ਢੰਗ ਨਾਲ, ਉਹਨਾਂ ਤੋਂ ਆਪ ਭਾਂਡੇ ਕਢਵਾ ਕੇ ਸਸਤੇ ਰੇਟ 'ਚ ਮੈਂ ਆਪਣੇ ਘਰ ਵਾਸਤੇ ਆਪ ਲੈ ਕੇ ਕਈ ਵਾਰੀ ਆਇਆ, ਜਦੋਂ ਮੇਰੇ ਕੋਲੇ ਆਰਥਿਕ ਹਾਲਤ ਬਹੁਤੀ ਚੰਗੀ ਨਵੇਂ ਭਾਂਡੇ ਖਰੀਦਣ ਦੀ ਨਹੀਂ ਸੀ। ਉਦੋਂ ਉਹ ਭਾਂਡੇ ਉੱਥੋਂ ਮੈਂ ਖਰੀਦ ਕੇ ਲਿਆਉਂਦਾ ਰਿਹਾ ਅੱਧ ਮੁੱਲ ਦੇ ਉੱਤੇ, ਤੇ ਮੰਨ ਜਾਂਦੇ ਸੀ ਦੁਕਾਨਦਾਰ ਕਿ ਹਾਂ ਇਹ ਉੱਥੋਂ ਹੀ ਆਏ ਨੇ। ਤੁਹਾਨੂੰ ਡਰ ਨਹੀਂ ਲੱਗਦਾ? ਮੈਂ ਕਿਹਾ ਜਦੋਂ ਤੁਹਾਨੂੰ ਡਰ ਨਹੀਂ ਲੱਗਿਆ, ਦੁਕਾਨ 'ਚ ਇੱਥੇ ਰੱਖੇ ਪਏ ਨੇ, ਤੁਸੀਂ ਵੀ ਤਾਂ ਸਸਤੇ ਭਾਅ 'ਤੇ ਖਰੀਦੇ ਨੇ, ਤੇ ਹੁਣ ਮੈਂ ਖਰੀਦ ਲਵਾਂਗਾ, ਮੇਰੀ ਕੀ ਲੱਤ ਟੁੱਟਣ ਲੱਗੀ ਹੈ? ਤੋ ਇਹ ਵੀ ਸਾਰਾ ਕੁਝ ਵਿਕ ਜਾਂਦਾ ਹੈ। ਇੱਕ ਕਿਸੇ ਵਿਅੰਗਕਾਰ ਬੰਦੇ ਨੇ ਉੱਥੇ ਕੀਰਤਪੁਰ ਵਿਖੇ ਬੱਕਰਾ ਵੀ ਲੈ ਆਂਦਾ ਆਪਣੇ ਬਾਪੂ ਜੀ ਦੀ ਅੱਗੇ ਭੇਟ ਕਰਨ ਵਾਸਤੇ ਕਿ ਮੈਂ ਸਵਰਗਾਂ ਦੇ ਵਿੱਚ ਮੇਰਾ ਬਾਪੂ ਗਿਆ, ਉਹਦੇ ਵਾਸਤੇ ਮੈਂ ਬੱਕਰਾ ਲੈ ਕੇ ਆਇਆ। ਉੱਥੋਂ ਦੇ ਪੁਜਾਰੀਆਂ ਨੇ ਪੁੱਛਿਆ ਕਿ ਬੱਕਰਾ ਕਿਵੇਂ ਉੱਪਰ ਭੇਜਣਾ ਹੈ? ਉਹ ਕਹਿਣ ਲੱਗਿਆ ਮੇਰਾ ਬਾਪੂ ਜੀ ਮੀਟ ਖਾਣ ਦਾ ਸ਼ੌਂਕੀ ਸੀ, ਜਦੋਂ ਬਾਕੀ ਸਮਾਨ ਤੁਸੀਂ ਉੱਪਰ ਭੇਜ ਰਹੇ ਹੋ ਤਾਂ ਇਹ ਵੀ ਬੱਕਰਾ ਵੀ ਉੱਪਰ ਚਲਾ ਜਾਊਗਾ। ਉਦੋਂ ਪ੍ਰਧਾਨ ਮੱਕੜ ਸੀ ਉੱਥੇ, ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਸੀ ਅਵਤਾਰ ਸਿੰਘ ਮੱਕੜ, ਤੇ ਅਵਤਾਰ ਸਿੰਘ ਮੱਕੜ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਇਹ ਤਾਂ ਬੱਕਰਾ ਲੈ ਕੇ ਪਹੁੰਚ ਗਏ ਨੇ, ਉਹਦਾ ਹੁਣ ਕੀ ਕਰੋਗੇ? ਇਹਨੇ ਬਸ ਟੁੱਟੀ ਫੁੱਟੀ ਜੀ ਗੱਲ ਹੇਰਾ ਫੇਰੀ ਜੇ ਢੰਗ ਨਾਲ ਕਹਿੰਦਾ, ਇਹ ਤਾਂ ਜੀ ਫਿਰ ਲੋਕਾਂ ਦੀ ਸ਼ਰਧਾ ਹੁੰਦੀ ਹੈ, ਅਸੀਂ ਕਿਵੇਂ ਰੋਕ ਸਕਦੇ ਹਾਂ ਕਿਸੇ ਨੂੰ? ਜਿਹੜਾ ਕੋਈ ਲਿਆ ਕੇ ਦਾਨ ਕਰ ਦੇਵੇ ਉਹ ਫਿਰ ਗੁਰੂ ਦੇ ਖਾਤੇ 'ਚ ਤਾਂ ਪਾਈ ਜਾਂਦਾ। ਪੱਤਰਕਾਰਾਂ ਨੇ ਆਖਿਆ ਕਿ ਬੱਕਰੇ ਵੀ ਗੁਰੂ ਦੇ ਖਾਤੇ 'ਚ ਪਾਓਗੇ?
ਕੱਲ੍ਹ ਨੂੰ ਕੋਈ ਸ਼ਰਾਬੀ ਮਰ ਗਿਆ, ਉਹਦੇ ਨਾਮ ਤੇ ਸ਼ਰਾਬ ਦੀਆਂ ਬੋਤਲਾਂ ਵੀ ਆ ਜਾਣਗੀਆਂ, ਫਿਰ ਉਹ ਵੀ ਗੁਰੂ ਦੇ ਖਾਤੇ 'ਚ ਪਾ ਲਓਗੇ। ਪਰ ਇਹਦੇ ਕੋਲੇ ਕੋਈ ਜਵਾਬ ਨਹੀਂ ਸੀ। ਇਹ ਪੱਤਰਕਾਰਾਂ ਨੂੰ ਉਦੋਂ ਕਹਿ ਦਿੱਤਾ ਤੁਸੀਂ ਜਾਓ, ਮੇਰੇ ਕੋਲ ਟਾਈਮ ਨਹੀਂ ਹੈ। ਤੋ ਇਹ ਸਾਰਾ ਕੁਝ ਆਮ ਸੰਗਤ ਕਦੋਂ ਤੱਕ ਬਰਦਾਸ਼ਤ ਕਰਦੀ ਜਾਵੇਗੀ, ਕਦੋਂ ਤੱਕ ਦੇਖਦੀ ਜਾਵੇਗੀ ਤੇ ਕਦੋਂ ਤੱਕ ਆਪਣੀ ਮਾਇਆ ਦੀ ਲੁੱਟ ਕਰਾਉਂਦੀ ਜਾਵੇਗੀ। ਇੱਥੇ ਤਾਂ ਹੋਰ ਗੱਲਾਂ ਦੀ ਸਿਰੇ ਲਾਤੀ ਸਿਖਰ ਹੋ ਗਈ ਜਦੋਂ ਗੁਰਦੁਆਰਿਆਂ ਦਾ ਝੂਠਾ ਬਚਿਆ ਹੋਇਆ ਲੰਗਰ, ਜਿਹਨੂੰ ਆਪਾਂ ਝੂਠ ਕਹਿੰਦੇ ਆ, ਉਹ ਝੂਠ ਵੀ ਵਿਕ ਰਹੀ ਹੈ। ਉਸ ਝੂਠ ਨੂੰ ਵੀ ਵੇਚ ਰਹੇ ਨੇ। 1 ਕਰੋੜ ਦਾ ਘਪਲਾ ਝੂਠ ਦੇ ਵਿੱਚੋਂ ਵੀ ਨਿਕਲਿਆ ਆ। ਤੇ ਇਹ ਜਿਹੜੇ ਸਾਰੇ ਦੇ ਸਾਰੇ ਅਖੰਡ ਪਾਠ ਵਿਕ ਰਹੇ ਨੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ। 10-10 ਹਜ਼ਾਰ ਰੁਪਈਏ 'ਚ ਅਖੰਡ ਪਾਠ ਬੁੱਕ ਹੁੰਦਾ ਹੈ। ਇਸੇ ਤਰ੍ਹਾਂ ਕੀਰਤਨੀਏ ਜਿਹੜੇ ਕੀਰਤਨ ਕਰਦੇ ਨੇ ਦਰਬਾਰ ਸਾਹਿਬ ਦੇ ਵਿੱਚ, ਜਿਹੜੀ ਉੱਥੇ ਉਹਨਾਂ ਨੂੰ ਬਾਹਰ ਦੇ ਕੀਰਤਨੀਆਂ ਨੂੰ ਭੇਟਾ ਦੇਣ ਦਾ ਨਿਯਮ ਬਣਿਆ ਹੋਇਆ, ਉੱਥੇ ਪਹਿਲਾਂ ਮੈਨੇਜਰ ਨਾਲ ਜਿਹੜਾ ਬੁਕਿੰਗ ਕਰਦਾ ਉਹਦੇ ਨਾਲ ਸੌਦੇਬਾਜ਼ੀ ਹੁੰਦੀ ਹੈ ਕਿ ਇਹ ਭੇਟਾ ਅਸੀਂ ਤੈਨੂੰ ਇਹ ਦੇ ਜਾਂਗੇ, ਸਾਨੂੰ ਇੱਥੇ ਕੀਰਤਨ ਕਰਨ ਦਾ ਮੌਕਾ ਦੇ ਦਿਓ, ਸਾਡੀ ਮਸ਼ਹੂਰੀ ਹੋ ਜਾਵੇਗੀ, ਅਸੀਂ ਦਰਬਾਰ ਸਾਹਿਬ ਦੇ ਸਤਿਕਾਰਯੋਗ ਕੀਰਤਨੀਏ ਬਣ ਜਾਵਾਂਗੇ, ਫਿਰ ਬਾਹਰੋਂ ਅਸੀਂ ਸਟੇਜਾਂ ਤੋਂ ਬਹੁਤੀ ਭੇਟਾ ਲੈਣ ਦਾ ਹੱਕ ਜਤਾ ਸਕਾਂਗੇ, ਸਾਡੀ ਇੱਥੋਂ ਵਾਲੀ ਭੇਟਾ ਤੁਸੀਂਓ ਰੱਖ ਲਓ। ਸੱਚ ਜਾਣਿਓ ਇਹ ਸਾਰਾ ਕੁਝ ਹੋ ਰਿਹਾ ਹੈ। ਮੈਂ ਵਿੱਚ ਵੜ ਕੇ ਵੇਖ ਆਇਆ ਤੇ ਨੇੜੇ ਹੋ ਕੇ ਬੈਠ ਕੇ ਵੇਖ ਆਇਆ, ਇਹ ਸੌਦੇ ਹੁੰਦੇ ਵੇਖ ਆਇਆ। ਤੇ ਹੁਣ ਤਾਂ ਬਹੁਤ ਵੱਡੇ ਪੈਮਾਨੇ ਤੇ ਇਹ ਸੌਦੇ ਹੋ ਗਏ। ਇਹ ਤਾਂ ਸੋਸ਼ਲ ਮੀਡੀਆ ਨੇ ਬੜੀ ਕਿਰਪਾ ਕੀਤੀ ਹੈ, ਹਰ ਇੱਕ ਤੱਕ ਇਹ ਖਬਰਾਂ ਪਹੁੰਚਾ ਦਿੱਤੀਆਂ ਨੇ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਦਾ ਧੰਨਵਾਦ ਹੈ, ਜਿਨ੍ਹਾਂ ਨੇ ਜਰਾ ਚੁਆਤੀ ਲਾਈ ਸੀ ਸ਼੍ਰੋਮਣੀ ਕਮੇਟੀ ਨੂੰ ਇੱਕ ਆਪਣਾ ਉਹ ਕਾਨੂੰਨ ਪਾਸ ਕਰਕੇ, ਤੇ ਸਾਰਿਆਂ ਦੇ ਧਮਾਕੇ ਪੈ ਗਏ। ਸਾਰਾ ਕੁਝ ਉਬਲ ਕੇ ਬਾਹਰ ਆਉਣ ਲੱਗ ਪਿਆ। ਇਹ ਤੇ ਹਾਲਤ ਸਾਡੇ ਲੋਕਾਂ ਦੀ ਇੰਨੀ ਨਿੱਘਰੀ ਪਈ ਹੈ। ਗੁਰਦਾਸ ਮਾਨ ਜੀ ਇੱਕ ਵੱਡੇ ਡੇਰੇ ਦੇ ਮੁਖੀ ਬਣ ਚੁੱਕੇ ਨੇ, ਕਿਉਂਕਿ ਆਮਦਨ ਬਹੁਤ ਹੈ। ਇਸੇ ਤਰ੍ਹਾਂ ਜਿਹੜਾ ਇੱਕ ਹੋਰ ਸਾਡਾ ਭਰਾ ਵੱਡਾ ਗਵਈਆ ਜਿਹੜਾ ਮੈਂਬਰ ਪਾਰਲੀਮੈਂਟ ਵੀ ਹੈ, ਤੇ ਇੱਕ ਹੋਰ ਉਹ ਡੇਰੇ ਦਾ ਲਾਲ ਬਾਦਸ਼ਾਹ ਦਾ ਇੱਕ ਉਹ ਪ੍ਰਧਾਨ ਬਣ ਚੁੱਕਿਆ। ਤੇ ਇਹ ਕਿੰਨੇ ਕੁ ਵੱਡੇ ਵੱਡੇ ਗਵਈਏ ਮੈਂਬਰ ਪਾਰਲੀਮੈਂਟ ਬਣ ਕੇ ਵੀ ਇਹਨਾਂ ਨੂੰ ਸਬਰ ਨਹੀਂ ਆਇਆ, ਵੱਡੇ ਵੱਡੇ ਗਵਈਏ ਬਣ ਕੇ ਵੀ ਸਬਰ ਨਹੀਂ ਆਇਆ, ਕਰੋੜਾਂ ਅਰਬਾਂ ਰੁਪਈਏ ਬਣਾ ਕੇ ਵੀ ਸਬਰ ਨਹੀਂ ਆਇਆ, ਤਾਂ ਡੇਰਿਆਂ ਦੇ ਮੁਖੀ ਬਣ ਕੇ ਵੀ ਬਹਿ ਗਏ। ਲੋਕਾਂ ਨੂੰ ਗੁੰਮਰਾਹ ਵੀ ਕਰਨਾ ਹੈ ਤੇ ਉੱਥੋਂ ਪੈਸਾ ਵੀ ਲੁੱਟਣਾ ਹੈ। ਬਚ ਜਾਓ ਭਰਾਵੋ, ਭੈਣੋ, ਬੱਚਿਓ। ਇਹਨਾਂ ਡੇਰਿਆਂ 'ਚ, ਇਹਨਾਂ ਗੁਰਦੁਆਰਿਆਂ 'ਚ ਕੇਵਲ ਤੁਹਾਨੂੰ ਲੁੱਟਿਆ ਜਾ ਰਿਹਾ ਹੈ, ਤੁਹਾਨੂੰ ਅਕਲ ਨਹੀਂ ਦਿੱਤੀ ਜਾ ਰਹੀ, ਗਿਆਨ ਨਹੀਂ ਦਿੱਤਾ ਜਾ ਰਿਹਾ। ਆਲੇ ਦੁਆਲੇ ਝਾਤੀ ਮਾਰੋ ਕਿ ਲੋੜਵੰਦ ਕੌਣ ਹੈ, ਕਿਹਦੀ ਸਹਾਇਤਾ ਕਰਨੀ ਹੈ, ਕਿਹਨੂੰ ਵਿੱਦਿਆ ਦੇਣੀ ਹੈ, ਕਿਹਨੂੰ ਗਿਆਨ ਦੇਣਾ ਹੈ, ਕਿਹਨੂੰ ਇਲਾਜ ਕਰਵਾਉਣਾ ਹੈ, ਤੇ ਕਿਹਦੇ ਕੱਪੜੇ ਲੀੜੇ ਕਿਤਾਬਾਂ ਸਵਾਉਣੀਆਂ ਨੇ, ਕਿਤਾਬਾਂ ਲੈ ਕੇ ਦੇਣੀਆਂ ਨੇ। ਤੁਸੀਂ ਇਹ ਜਿਹੜਾ ਗਿਆਨ ਦਾ ਲੰਗਰ ਵੰਡੋ, ਦੂਜੇ ਲੰਗਰਾਂ ਦੇ ਵਾਸਤੇ। ਪੰਜਾਬ ਭੁੱਖਾ ਨਹੀਂ ਮਰਦਾ, ਇੱਥੇ ਹਰ ਇੱਕ ਨੂੰ ਰੱਜਵੀਂ ਰੋਟੀ ਮਿਲ ਰਹੀ ਹੈ। ਤੇ ਜੇ ਗਿਆਨ ਵੰਡ ਸਕੋ, ਵਿੱਦਿਆ ਅਕਲ ਵੰਡ ਸਕੋ, ਗੁਰਬਾਣੀ ਦਾ ਚਾਨਣ ਘਰ ਘਰ ਪਹੁੰਚਾ ਸਕੋ, ਫਿਰ ਤਾਂ ਮੰਨੀਏ ਕਿ ਸੱਚਮੁੱਚ ਆਪਾਂ ਗੁਰੂ ਦੇ ਦੱਸੇ ਰਾਹ 'ਤੇ ਚੱਲ ਰਹੇ ਹਾਂ। ਨਹੀਂ ਤੇ ਸਾਨੂੰ ਪੁਜਾਰੀਆਂ ਨੇ ਲੁੱਟ ਕੇ ਖਾ ਲਿਆ ਤੇ ਸਾਡੇ ਸਰੀਰ 'ਚੋਂ ਆਖਰੀ ਤੁਪਕਾ ਤੱਕ ਖੂਨ ਦਾ ਇਹ ਪੀਣ ਨੂੰ ਤਿਆਰ ਬੈਠੇ ਨੇ, ਸਾਡੀਆਂ ਹੱਡੀਆਂ ਚੱਬਣ ਨੂੰ ਤਿਆਰ ਬੈਠੇ ਨੇ, ਸਾਡਾ ਮਾਸ ਖਾਣ ਨੂੰ ਤਿਆਰ ਬੈਠੇ ਨੇ। ਜੇ ਆਪਣੇ ਆਪ ਨੂੰ ਬਚਾ ਸਕਦੇ ਹੋ ਬਚਾ ਲਓ, ਤੇ ਗਿਆਨਵਾਨ ਅਕਲਮੰਦ ਬਣ ਜਾਓ, ਤੇ ਫਿਰ ਤੁਸੀਂ ਸਾਰੇ ਮਸਲੇ ਆਪ ਹੱਲ ਕਰ ਸਕੋਗੇ। ਫਿਰ ਤੁਹਾਨੂੰ ਇਹਨਾਂ ਦੇ ਪੈਰਾਂ 'ਚ ਨਹੀਂ ਪੈਣਾ ਪਵੇਗਾ, ਕਿਸੇ ਅੱਗੇ ਮੱਥੇ ਨਹੀਂ ਟੇਕਣੇ ਪੈਣਗੇ। ਆਪਣੀ ਕਿਰਤ ਕਮਾਈ ਆਪ ਕਰੋਗੇ, ਉਹਦੇ ਆਪ ਮਾਲਕ ਬਣੋਗੇ, ਤੇ ਫਿਰ ਉਸ 10 ਨੌਆਂ ਦੀ ਕਿਰਤ ਵਿੱਚੋਂ ਲੋੜਵੰਦ ਦੀ ਆਪ ਦੇਖ ਕੇ ਲੋੜ ਪੂਰੀ ਕਰੋਗੇ। ਇਹ ਗੁਰੂ ਦੀਆਂ ਖੁਸ਼ੀਆਂ ਇਸ ਤਰ੍ਹਾਂ ਹੋਣਗੀਆਂ। ਬਚਾ ਲਓ। ਜੇ ਆਪਣੇ ਧਰਮ ਨੂੰ ਅਤੇ ਆਪਣੇ ਨੌਜਵਾਨ ਬੱਚੇ ਬੱਚੀਆਂ ਨੂੰ ਬਚਾਉਣਾ ਹੈ, ਜੇ ਉਹਨਾਂ ਨੂੰ ਅਕਲਮੰਦ ਬਣਾਉਣਾ ਹੈ, ਗੁਰਦੁਆਰਿਆਂ ਨੂੰ ਗੁਰਮਤ ਦੇ ਸਕੂਲ ਬਣਾਉਣਾ ਸੀ, ਪੂਜਾ ਦੇ ਕੇਂਦਰ ਨਹੀਂ ਬਣਾਉਣਾ ਸੀ। ਅੱਜ ਗੁਰੂ ਗ੍ਰੰਥ ਸਾਹਿਬ, ਗੁਰਦੁਆਰਾ ਅਤੇ ਇਹ ਸਾਰੇ ਸਾਧ ਸੰਤ ਪੁਜਾਰੀ ਇਹ ਪੂਜਾ ਸਾਤੋਂ ਕਰਵਾ ਰਹੇ ਨੇ, ਪਰ ਲੁੱਟ ਕੇ ਖਾ ਰਹੇ ਨੇ, ਸਾਨੂੰ ਅਕਲ ਰਾਈ ਮਾਤਰ ਨਹੀਂ ਦੇ ਰਹੇ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।